वाहिगुरू जी का खालसा वाहिगुरू जी की फतेह। गुरुद्वारा सुखमनी साहिब सेवा सोसाइटी ਅਤੇ ਗ੍ਰੀਨ ਸਿਟੀ ਦੀ ਸਮੂਹ ਸੰਗਤ ਨਾਲ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਸਨ। ਸਤਿਗੁਰੂ ਦੀ ਪਾਰ ਬਖਸ਼ਿਸ਼ ਰਹਿਮਤ ਸਦਕਾ ਅੱਜ ਉਹਨਾਂ ਦੀ ਸੰਪੂਰਨਤਾ ਤੋਂ ਉਪਰੰਤ ਕੀਰਤਨ ਦਰਬਾਰ ਸਜਿਆ ਅਤੇ ਸਮਾਪਤ ਤੋਂ ਉਪਰੰਤ ਗੁਰੂ ਕਾ ਲੰਗਰ ਜਿਹੜਾ ਅਟੁੱਟ ਵਰਤਿਆ। ਇਸ ਦੇ ਵਿੱਚ ਸਮੁੱਚੀ ਗ੍ਰੀਨ ਸਿਟੀ ਦਾ ਸਹਿਯੋਗ, ਪ੍ਰਬੰਧਕ ਵੀਰਾਂ ਦਾ ਅਤੇ ਜਿਹੜੇ ਨਾਲ ਸੇਵਾਦਾਰ ਸੇਵਾ ਨਿਭਾਉਂਦੇ ਹਨ ਇਹਨਾਂ ਦਾ ਵੀ ਬੜਾ ਵੱਡਾ ਸਹਿਯੋਗ ਹੈ। ਅਤੇ ਸਤਿਗੁਰੂ ਜੀ ਰਹਿਮਤ ਬਖਸ਼ੇ ਸਮੂਹ ਸੰਗਤ ਦਾ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ ਕੇ ਅਤੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜਾਂ ਕਿਸੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮਨਾਉਂਦੇ ਰਹਿਣ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੱਸੇ ਉਪਦੇਸ਼ਾਂ ਮੁਤਾਬਕ ਆਪਣਾ ਜੀਵਨ ਜਿਉਣ ਵੱਲ ਵੀ ਚੱਲਣ ਦੇ ਲਈ ਤਿਆਰੀ ਕਰਨ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗ੍ਰੀਨ ਸਿਟੀ ਦੀ ਸੰਗਤ ਵੱਲੋਂ ਰਲ ਮਿਲ ਕੇ ਫੇਸ 1 2 3 ਦੀ ਸੰਗਤ ਨੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਗਿਆ। ਅੱਜ ਭੋਗ ਪਾਏ ਗਏ। ਜਿੱਥੇ ਸ਼ਬਦ ਦਾ ਲੰਗਰ ਚੱਲਿਆ ਉੱਥੇ ਮਨੁੱਖਤਾ ਲਈ ਵੀ ਲੰਗਰ ਲਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਅੱਜ ਦਾ ਪ੍ਰੋਗਰਾਮ ਸਾਡੇ ਗ੍ਰੀਨ ਸਿਟੀ ਗੁਰਦੁਆਰਾ ਸਾਹਿਬ ਫੇਸ 3 ਦੇ ਵਿੱਚ ਅਖੰਡ ਪਾਠ ਪ੍ਰਕਾਸ਼ ਕਰਾਏ ਗਏ ਨੇ, ਜਿੱਥੇ ਸੰਗਤਾਂ ਹੁਮ ਹੁਮਾ ਕੇ ਪੁੱਜ ਰਹੀਆਂ ਨੇ ਅਤੇ ਪੂਰੀ ਗ੍ਰੀਨ ਸਿਟੀ ਕਲੋਨੀ ਜਿਹਦੇ ਵਿੱਚ ਸਭ ਤੋਂ ਵੱਧ ਤਬਕਾ ਮਿਲਿਆ ਜੁਲਿਆ, ਸਭ ਤੋਂ ਵੱਧ ਹਿੰਦੂਆਂ ਦਾ ਤਬਕਾ ਹੈ ਅਤੇ ਇੱਥੋਂ ਇੰਨਾ ਵੱਧ ਚੜ੍ਹ ਕੇ ਹਿੰਦੂ ਜਿੰਨਾ ਸਮਾਜ ਹੈ ਸਭ ਤੋਂ ਵੱਧ ਹਿੱਸਾ ਲੈ ਰਿਹਾ ਹੈ। ਬੜੀ ਸ਼ਰਧਾ ਦੇ ਨਾਲ, ਬੜੀ ਸ਼ਰਧਾ ਪੂਰਵਕ ਹਰ ਸਾਲ ਇਹ ਗੁਰਪੁਰਬ ਮਨਾਇਆ ਜਾਂਦਾ ਹੈ। ਮੈਂ ਸਾਰੀ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਗ੍ਰੀਨ ਸਿਟੀ ਸੁਖਮਨੀ ਸਾਹਿਬ ਗੁਰਦੁਆਰਾ ਵਿਖੇ ਪਰਸੋਂ 4 ਤਰੀਕ ਤੋਂ ਲਗਾਤਾਰ ਅਖੰਡ ਪਾਠ ਦਾ ਆਰੰਭ ਹੋ ਰਿਹਾ ਹੈ, ਜੋ ਕਿ ਬਹੁਤ ਹੀ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ। ਇਸ ਵਿੱਚ ਸਾਰੀਆਂ ਸਾਧ ਸੰਗਤਾਂ ਨੇ ਆਪਣਾ ਬਹੁਤ ਹੀ ਸੇਵਾ ਦੇ ਤੌਰ 'ਤੇ ਹਰ ਇੱਕ ਤੌਰ 'ਤੇ ਬਹੁਤ ਯੋਗਦਾਨ ਪਾਇਆ ਹੈ। ਸਾਡੀ ਗ੍ਰੀਨ ਸਿਟੀ ਨਿਵਾਸੀ ਬਹੁਤ ਹੀ ਪਿਆਰ ਅਤੇ ਪ੍ਰੇਮ ਅਤੇ ਪਿਆਰ ਨਾਲ ਸੇਵਾ ਕਰ ਰਹੇ ਹਨ। ਮੈਨੂੰ ਇਸ ਚੀਜ਼ ਦਾ ਬਹੁਤ ਫਖਰ ਹੈ ਕਿ ਸਾਡੇ ਗ੍ਰੀਨ ਸਿਟੀ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਫਰਕ ਨਹੀਂ ਹੈ। ਇੱਥੇ ਜਿੰਨੇ ਵੀ ਤਿਉਹਾਰ ਮਨਾਏ ਜਾਂਦੇ ਹਨ ਸਭ ਰਲ ਮਿਲ ਕੇ ਮਨਾਏ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗ੍ਰੀਨ ਸਿਟੀ 3 2 ਤੇ 1 ਦੀਆਂ ਸੰਗਤਾਂ ਨੇ ਰਲ ਮਿਲ ਕੇ ਗੁਰਪੁਰਬ ਸਾਹਿਬ ਬਣਾਇਆ, ਜੋ ਕਿ ਬਹੁਤ ਹੀ ਸੰਗਤਾਂ ਹੁਮ ਹੁਮਾ ਕੇ ਆਈਆਂ। ਬੜੇ ਪਿਆਰ ਨਾਲ ਸਾਰੀਆਂ ਬੀਬੀਆਂ ਨੇ ਅਤੇ ਸਾਡੇ ਭੈਣ ਭਰਾਵਾਂ ਨੇ, ਸਾਰੇ ਵੀਰਾਂ ਨੇ ਬਹੁਤ ਹੀ ਸੇਵਾ ਕੀਤੀ, ਜੋ ਤਨ ਮਨ ਲਾ ਕੇ ਦਿਨ ਰਾਤ ਮਿਹਨਤ ਕਰਕੇ ਇੱਥੇ ਗੁਰੂ ਸਾਹਿਬ ਗ੍ਰੰਥ ਸਾਹਿਬ ਦੇ ਅੱਗੇ ਉਹਨਾਂ ਨੇ ਬਹੁਤ ਸੇਵਾ ਕੀਤੀ ਦਿਨ ਰਾਤ। ਇਸੇ ਕਹਿੰਦੇ ਆਪਾਂ ਰਲ ਮਿਲ ਕੇ ਜਿਹੜੀਆਂ ਤਿੰਨੇ ਕਲੋਨੀਆਂ ਇਵੇਂ ਰਹਿਣ। ਆਪਾਂ ਅੱਗੇ ਤੋਂ ਵੀ ਇਹੀ ਸੋਚ ਗਏ, ਆਪਾਂ ਗੁਰਦੁਆਰਿਆਂ ਦੇ ਵਿੱਚ ਬੜੇ ਢੰਗ ਨਾਲ ਰਹੀਏ, ਲੋਕਾਂ ਨੂੰ ਇਵੇਂ ਸੇਵਾ ਦੇਣ ਦੀ ਮੌਕਾ ਦੇਈਏ। ਇਸ ਤਰ੍ਹਾਂ ਆਪਾਂ ਰਲ ਮਿਲ ਕੇ ਰਹੀਏ, ਆਪਾਂ ਨੂੰ ਇਵੇਂ ਸੇਵਾ ਮਿਲਦੀ ਰਹੇ। ਹਾਂ, ਮਿਹਰ ਭਰਿਆ ਹੱਥ ਰੱਖਣ, ਸੇਵਾ ਕਰਦੇ ਰਹੀਏ, ਸਾਨੂੰ ਸੇਵਾ ਮਿਲੇ ਇਵੇਂ ਹੀ। ਅਸੀਂ ਸੰਗਤਾਂ ਰਲ ਮਿਲ ਕੇ ਰਹੀਏ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਰਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਅਸੀਂ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਹੀ ਤਨ ਮਨ ਦੇ ਨਾਲ ਸੇਵਾ ਕਰਕੇ ਗੁਰਦੁਆਰੇ ਆਈਏ ਔਰ ਗੁਰਪੁਰਬ ਨੂੰ ਗੁਰੂ ਨਾਨਕ ਦੇਵ ਜੀ ਦਾ ਮਨਾਈਏ।
ਅਸੀਂ ਵਰਤ ਨਹੀਂ ਰੱਖਾਂਗੀਆਂ ਤੇ ਸਾਡੇ ਘਰ ਵਾਲੇ ਕਰ ਜਾਣਗੇ। ਮਾਨਸਿਕ ਤੌਰ ਤੇ ਤੁਸੀਂ ਗੁਲਾਮ ਹੋ ਗਏ ਬ੍ਰਾਹਮਣਵਾਦ ਦੇ, ਪੇਪਰਵਾਦ ਦੇ। ਇਸ ਰੀਤਾਂ ਤੋਂ ਬਚਣ ਦੀ ਲੋੜ ਹੈ। ਭਾਵੇਂ ਤੁਸੀਂ ਉਦੋਂ ਨਵੇਂ ਕੱਪੜੇ ਪਾਉਂਦੇ ਹੋ, ਸੂਟ ਪਾਉਂਦੇ ਹੋ, ਹਾਰ ਸ਼ਿੰਗਾਰ ਕਰਦੀਆਂ ਨੇ ਬੀਬੀਆਂ, ਖਾਣ ਪੀਣ ਨੂੰ ਵੀ ਚੰਗਾ ਮਿਲ ਜਾਂਦਾ ਹੈ, ਪਰ ਕਿਤੇ ਨਾ ਕਿਤੇ ਤੁਹਾਡੀ ਸੋਚ ਦੇ ਅੰਦਰ ਇਹ ਘਰ ਕਰ ਗਿਆ ਕਿ ਤੁਸੀਂ ਜੇ ਵਰਤ ਨਾ ਰੱਖਿਆ ਸ਼ਾਇਦ ਸਾਡਾ ਜੋ ਪਤੀ ਹੈ ਉਹ ਮਰ ਨਾ ਜਾਏ। ਭਾਵ ਕਿ ਪਾਤਸ਼ਾਹ ਜੀ ਨੇ ਤਾਂ ਤੁਹਾਨੂੰ ਬਰਾਬਰ ਦਾ ਦਰਜਾ ਦਿੱਤਾ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਪਰ ਤੁਸੀਂ ਆਪਣੇ ਆਪ ਹੀ ਗੁਲਾਮੀ ਵੱਲ ਵਧ ਰਹੇ ਹੋ। ਵਰਤ ਰੱਖਣ ਨਾਲ ਕਿਸੇ ਦੀ ਉਮਰ ਨਹੀਂ ਵੱਧਦੀ, ਇਹ ਸੱਚਾਈ ਹੈ। ਔਰ ਇਹ ਵੀ ਸੱਚਾਈ ਹੈ ਕਿ ਜੋ ਉਪਜਿਆ ਉਸਨੇ ਬਿਨਸ ਮਾਰਿਆ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਬਾਣੀ ਆਪਾਂ ਪੜ੍ਹਦੇ ਹਾਂ ਨਾ, ਜੋ ਉਪਜਿਓ ਸੋ ਬਿਨਸ ਹੈ ਪਰੋ ਆਦ ਕੈ ਕਾਲ ਨਾਨਕ ਹਰਿ ਗੁਣ ਗਾਇ ਲੈ ਸਾੜ ਸਗਲ ਜ਼ਿੰਦਾ। ਜੋ ਪੈਦਾ ਹੋਇਆ, ਜੋ ਵੀ ਉਪਜਿਆ, ਭਾਵੇਂ ਕਿਸੇ ਵੀ ਜੁਨੀ ਦੇ ਵਿੱਚ, ਕਿਸੇ ਵੀ ਰੂਪ ਦੇ ਵਿੱਚ ਹੈ, ਜੋ ਪੈਦਾ ਹੋਇਆ ਹੈ, ਜੋ ਜਨਮਿਆ ਹੈ, ਉਸਨੇ ਮਰਨਾ ਤਾਂ ਹੈ ਹੀ ਨਹੀਂ। ਫਿਰ ਇਹ ਕਰਮਕਾਂਡ ਸਾਨੂੰ ਛੱਡ ਦੇਣਾ ਚਾਹੀਦਾ ਹੈ। ਜਿਹੜੇ ਧਰਮ ਦੇ ਹੈ ਉਹ ਕਰ ਲੈਣ, ਅਸੀਂ ਉਹਨਾਂ ਦੇ ਕੋਈ ਵਿਰੋਧ ਨਹੀਂ ਹੈ, ਕੋਈ ਈਰਖਾ ਨਹੀਂ ਹੈ, ਪਰ ਜੋ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ, ਗੁਰਪੁਰਬ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਨਾਉਂਦੇ ਹਾਂ, ਪਰ ਗੁਰੂ ਦੀ ਗੱਲ ਨਹੀਂ ਮੰਨਣੀ, ਫਿਰ ਇਹ ਜਿਹੇ ਗੁਰਪੁਰਬ ਮਨਾਉਣ ਦਾ ਕੋਈ ਲਾਭ ਨਹੀਂ ਹੈ ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਹੀ ਨਹੀਂ ਮੰਨਿਆ। ਇਸ ਕਰਕੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ ਉਸ ਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ। ਤਿੰਨ ਸੁਨਹਿਰੀ ਉਪਦੇਸ਼ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੇ ਸਨ: ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਮੈਂ ਕਹਿੰਦਾ ਹੋਰ ਕੁਝ ਕਰਨ ਦੀ ਲੋੜ ਨਹੀਂ, ਚਲੋ ਇਹਨਾਂ ਤਿੰਨਾਂ ਦੇ ਪਹਿਰਾ ਦੇ ਦਈਏ। ਕਿਰਤੀ ਅਸੀਂ ਬਹੁਤ ਹਾਂ, ਸਾਰੇ ਸਿੱਖ ਗੁਰੂ ਪਾਤਸ਼ਾਹ ਜੀ ਨੇ ਬੜੀ ਰਹਿਮਤ ਕੀਤੀ ਹੈ, ਸਾਰੇ ਕਿਰਤ ਕਰਦੇ ਹਨ। ਦੂਸਰੇ ਜਿਹੜੇ ਦੋ ਸਟੈਪ ਨੇ ਨਾ, ਨਾਮ ਜਪਣਾ ਤੇ ਵੰਡ ਕੇ ਛਕਣ ਵਾਲੀ ਗੱਲ, ਉਹ ਸਾਡੇ ਅੰਦਰੋਂ ਨਿਕਲ ਗਈ ਹੈ। ਨਾਮ ਜਪ ਕੇ ਵੰਡ ਕੇ ਛਕਣ ਦਾ ਸਿਧਾਂਤ, ਦਸਵੰਧ ਕੱਢਣ ਦਾ ਸਿਧਾਂਤ, ਇਹ ਵੰਡ ਕੇ ਛਕਣ ਵਾਲੀ ਗੱਲ ਬਹੁਤ ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਖਤਮ ਹੋ ਗਈ ਹੈ। ਕੋਸ਼ਿਸ਼ ਕਰੀਏ ਕਿ ਅਸੀਂ ਜੋ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਕਿਰਤ ਕਮਾਈਆਂ ਬਖਸ਼ੀਆਂ ਨੇ, ਉਸ ਦੇ ਵਿੱਚੋਂ ਆਪਾਂ ਕੁਝ ਨਾ ਕੁਝ ਹਿੱਸਾ ਕੱਢ ਕੇ ਜਿੱਥੇ ਸੱਚਮੁੱਚ ਹੀ ਲੋੜ ਹੈ ਨਾ, ਉੱਥੇ ਆਪਾਂ ਉਹ ਦਸਵੰਧ ਦਾ ਉਸ ਦੀ ਵਰਤੋਂ ਕਰੀਏ। ਇਹ ਨਹੀਂ ਕਿ ਅਸੀਂ ਰੱਜਿਆ ਹੋਇਆਂ ਨੂੰ ਰਜਾਈ ਜਾਈਏ। ਜਿੱਥੇ ਸੱਚਮੁੱਚ ਲੋੜ ਹੈ, ਕਈ ਵਾਰੀ ਮਾਘੀ ਦੀ ਜਦੋਂ ਸੰਗਰਾਂਦ ਆਉਂਦੀ ਆਪਾਂ ਦੇਖਦੇ ਹਾਂ ਪਕੌੜਿਆਂ ਦੇ ਲੰਗਰ ਲੱਗੇ ਹੁੰਦੇ ਨੇ ਜਗ੍ਹਾ ਜਗ੍ਹਾ, ਕਈ ਵਾਰੀ ਤਾਂ 10-10 ਜਗ੍ਹਾ ਤੇ ਇੱਕ ਸੜਕ ਤੇ ਲੰਗਰ ਲੱਗੇ ਹੁੰਦੇ ਨੇ। ਇੱਕ ਦਿਨ ਅਸੀਂ ਸਾਰੀ ਕਸਰ ਪੂਰੀ ਕਰ ਦਿੰਦੇ ਹਾਂ। ਇੱਦਾਂ ਕਰਨ ਦੇ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ, ਉਹ ਪਰਮਾਤਮਾ ਤੋਂ ਉੱਠਦਾ ਨਹੀਂ ਹੈ, ਔਰ ਇਹ ਇੱਕ ਦਿਖਾਵਾ ਹੀ ਰਹਿ ਜਾਂਦਾ ਹੈ। ਲੋੜ ਹੈ ਸਾਨੂੰ ਅੱਜ ਸਿਧਾਂਤ ਤੇ ਚੱਲਣ ਦੀ। ਗੁਰੂ ਦਾ ਸਿਧਾਂਤ ਤਾਂ ਇਹ ਕਹਿੰਦਾ ਕਿ ਹੋ ਜਾਂਦਾ ਹੈ, ਸਾਨੂੰ ਨਵੇਂ ਸੂਟ ਮਿਲ ਜਾਂਦੇ ਨੇ ਪਾਉਣ ਵਾਸਤੇ। ਚਲੋ ਇਹ ਵੀ ਗੱਲ ਆਪਾਂ ਮੰਨ ਲਈਏ, ਪਰ ਜਿੱਥੋਂ ਤੱਕ ਜਦੋਂ ਇਹ ਪੰਗਤੀਆਂ ਆਉਂਦੀਆਂ ਨੇ ਉਦੋਂ ਵਿਚਾਰ ਵੀ ਕਰ ਲੈਣੀ ਚਾਹੀਦੀ ਹੈ ਕਿ ਪਾਤਸ਼ਾਹ ਜੀ ਕਹਿ ਕੀ ਰਹੇ। ਸਰੀਰ ਕਟਾਏ ਹਉਮੈ ਕਰ ਰਾਤੀ, ਵਰਦ ਨੇਮ ਕਰੈ ਬਹੁ ਭਾਤੀ, ਨਹੀਂ ਤੋ ਰਾਮ ਦੁੱਧ ਮਿੱਟੀ ਹੈ ਕਿ ਨਹੀਂ ਮਿੱਟੀ। ਆ ਪਿੱਛੇ ਦੇ ਵਰਤ ਲੰਘ ਕੇ ਗਏ, ਬਹੁਤ ਸਾਰੀਆਂ ਸਿੱਖ ਬੀਬੀਆਂ ਵੀ ਜੋ ਇਹ ਵਰਤ ਰੱਖਦੀਆਂ ਨੇ। ਜਿਨ ਹਾਲ ਸਿਓ ਜੋੜਿਆ, ਜਿਨ ਹਾਲ ਸਿਓ ਸੁਖ ਮਿਲਣਗੇ ਗੁਰਬਾਣੀ ਦੇ ਨਾਲ, ਨਾਮ ਜਪਣ ਦੇ ਨਾਲ। ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਨਾਮ ਤੋਂ ਬਿਨਾ ਸਦੀ ਵੀ ਸੁਖ ਨਹੀਂ ਮਿਲ ਸਕਦਾ। ਵਾਹ ਦੁਆਰਾ ਫਿਰ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਹਾਂ ਜੀ। ਬੜੇ ਪਿਆਰ ਸੇ ਪਾਠ ਤੋਂ ਆਰੰਭਤਾ ਕਰਕੇ ਹੌਲੀ ਹੌਲੀ ਅਸੀਂ ਗੁਰਬਾਣੀ ਦੇ ਨਾਲ ਜੁੜਨਾ ਕਰੀਏ ਤਾਂ ਸਾਡਾ ਦਿਨ ਦੇ ਵਿੱਚ ਜ਼ਰੂਰ ਕੱਢ ਸਕਦੇ ਹਾਂ। ਬਹੁਤਾ ਨਹੀਂ ਤਾਂ ਜਪਜੀ ਸਾਹਿਬ ਦਾ ਪਾਠ ਸਾਰੇ ਜ਼ਰੂਰ ਬਹੁਤ ਗੁਰਸਿੱਖ ਭੈਣ ਭਰਾ ਕਰਦੇ ਨੇ। ਜਿਹੜੇ ਨਹੀਂ ਕਰਦੇ ਮੈਂ ਉਹਨਾਂ ਲਈ ਬੇਨਤੀ ਕਰਾਂ, ਅੱਜ ਤੋਂ ਇਹ ਪ੍ਰਣ ਕਰਕੇ ਜਾਇਓ ਗੁਰੂ ਨਾਨਕ ਪਾਤਸ਼ਾਹ ਦਾ ਦਿਹਾੜਾ ਹੈ, ਉੱਥੇ ਅਸੀਂ ਸੇਵਾ ਕਰੀਏ, ਉੱਥੇ ਅਸੀਂ ਇਹ ਭਲੇ ਦਾ ਕਾਰਜ ਕਰੀਏ। ਸਮਾਜ ਦੇ ਅੰਦਰ ਵੀ ਅਸੀਂ ਚੰਗੇ ਗੁਣ ਧਾਰਨ ਕਰਨੇ ਨੇ। ਸਾਂਝ ਕਰੀਦਾ ਗੁਣਾ ਕੀ ਛੋੜ ਆਓ ਗੁਣ ਚੱਲੀ। ਸੋ ਇਸ ਸਿਧਾਂਤ ਨੂੰ ਅਸੀਂ ਸਾਰੇ ਜਾਣੇ ਅਪਣਾਉਣ ਦਾ ਯਤਨ ਕਰੀਏ। ਗੁਰਬਾਣੀ
ਸੋ ਸਤਿਗੁਰ ਬਾਬਾ ਜਿਨ ਹਰਿ ਸਿਉ ਜੋੜਿਆ ਸੋ ਸਤਿਗੁਰ ਬਾਬਾ ਸੋ ਸਤਿਗੁਰ ਬਾਬਾ ਜਿਨ ਹਰਿ ਸਿਉ ਜੋੜਿਆ ਸੋ ਸਤਿਗੁਰ ਬਾਬਾ ਜਿਨ ਹਰਿ ਸਿਉ ਜੋੜਿਆ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲੇ ਤਰੱਕੀ ਬਖਸ਼ਣੀ ਹੋਰ ਵੀ ਸੰਗਤਾਂ ਤੇ ਮਿਹਰ ਪ੍ਰਾਪਤ ਰੱਖ ਕੇ ਉਹਨਾਂ ਦੇ ਮਨ ਦੇ ਉੱਤੇ ਰਹਿਮਤ ਬਖਸ਼ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਖੰਡੇ ਬਾਟੇ ਦੀ ਪੌਲ ਛਕ ਕੇ ਗੁਰੂ ਵਾਲੇ ਬਣਨ ਦੀ ਦਾਤ ਬਖਸ਼ਣੀ ਜੀਓ। ਆਪ ਜੀ ਦਰ ਤੇ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਲਾਉਣੀਆਂ, ਤਿੰਨ ਕੁਲ ਭਟਾਵਾਂ ਪ੍ਰਵਾਨ ਕਰਨੀਆਂ, ਗੁਰਮਤਿ ਅਨੁਸਾਰ ਮਨ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ, ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦਾਤ ਬਖਸ਼ਣੀ, ਰਾਹ ਪੈਂਦੇ ਦੇਸ਼ ਵਿਦੇਸ਼ ਵਿੱਚ ਅੰਗ ਸੰਸਾਈ ਹੋਣਾ, ਅੰਮ੍ਰਿਤ ਵੇਲੇ ਦੇ ਜਾਗਣੇ, ਨਿਤਨੇਮ ਦੀ ਰਾਤ ਗੁਰਬਾਣੀ ਪੜ੍ਹ ਸੁਣਦੇ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਦਾਤ ਬਖਸ਼ਣੀ, ਬੱਚਿਆਂ ਦੇ ਸੀਸ ਤੇ ਮਿਹਰ ਪ੍ਰਾਪਤ ਰੱਖ ਕੇ ਗੁਰਮਤਿ ਦੀ ਸੂਝੀ ਗੁਣਾ ਦੀ ਦਾਤ, ਮਾਤਾ ਪਿਤਾ ਦੇ ਆਗਿਆਕਾਰ ਹੋਣ ਦੇ ਬਾਵਜੂਦ ਦੁਨਿਆਵੀ ਵਿਦਿਆ ਦੇ ਖੁੱਲੇ ਦਾਨ ਬਖਸ਼ ਕੇ ਨਿਵਾਜਣਾ, ਦੇਹ ਰੋਗ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਕਰਮ ਹੀ ਸਿਰ ਦਿੱਤੇ, ਬੰਦ ਬੰਦ ਪਟਵਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ ਆਰਿਆਂ ਨਾਲ ਚਲਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਸਾਹਿਬ तहाँ तार चर्याय देखते फतेह बिरद की पैर पंथ की जीत श्री साहब जी सहाय खालसे जी के बोल बाले बोलो जी। सिखा नूं सिखी दान केस दान रहदान विवेक दान विसाह दान भरोसा दान दाना सरदान नाम दान श्री अमृतसर दे इशनान चौकियां झंडे बुंगे जुग जुग टाल धर्म का जयकार बोलो जी। सिखा दा मन नीवा मत उची माता रखा आप वाहिगुरु हे अकाल पुरख अपने पंथ दे सदा सहाई दातार जीओ।
ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦਿਓ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਜਿਹੜੀ ਬੇਨਤੀ ਹੈ ਜੀ। ਗੁਰਦੁਆਰਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਗ੍ਰੀਨ ਸਿਟੀ ਦੀ ਸਮੂਹ ਸੰਗਤ ਰਲ ਮਿਲ ਕੇ ਆਪ ਜੀ ਦੇ ਚਰਨਾਂ ਦਾ ਉਹ ਆਸਰਾ ਲੈਂਦਿਆਂ ਹੋਇਆਂ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਉਹਨਾਂ ਦੀ ਸੰਪੂਰਨਤਾ ਤੋਂ ਉਪਰੰਤ ਕੀਰਤਨ ਹਰ ਜਸ ਵਡਿਆਈ ਕਰਦਿਆਂ ਬੇਨਤ ਭੁੱਲਾਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਕੇ ਵਾਤੇ ਸੁਮਤ ਬਖਸ਼ਣੀ। ਪਾਵਨ ਪਵਿੱਤਰ ਗੁਰਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣ ਵਿਚਾਰਨ ਦੇ ਬਲ ਉਦਮ ਸੇਵਾ ਸੁਣਨ ਦੀ ਦਾਤ ਬਖਸ਼ਣੀ। ਸਤਿਗੁਰ ਜੀਓ ਆਪ ਜੀ ਦੇ ਦਰੋਂ ਕਰੋ ਵਰਸਾਏ ਭੈਣ ਵਰਿੰਦਰ ਕੌਰ ਵੱਲੋਂ ਆਪ ਜੀ ਦੇ ਚਰਨਾਂ ਦਾ ਉਹ ਆਸਰਾ ਲੈਂਦਿਆਂ ਹੋਇਆਂ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਬੋਧੀ ਸਾਹਿਬ ਤੋਂ ਸਹਿਜ ਪਾਠ ਦੀ ਸੇਵਾ ਨਿਭਾਏਗੀ। ਬੇਨਤ ਭੁੱਲਾਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਵਾਲੇ ਸਮੱਤ ਬਖਸ਼ਣੀ। ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਗੁਰਬਾਣੀ ਪੜ੍ਹਨ ਸੁਣਦੇ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਦਾਤ ਬਖਸ਼ਣੀ। ਸਤਿਗੁਰ ਜੀਓ ਆਪ ਜੀ ਦੇ ਦਰੋਂ ਕਰੋ ਵਰਸਾਏ ਸ੍ਰੀ ਜਸਵਿੰਦਰ ਕੁਮਾਰ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਰੋਜ ਹੈ ਖੋਜ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲेंगे ਖੁਆਰ ਹੋਏ ਸਭ ਮਿਲेंगे ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਗੁਣ ਗਾਵੇ ਹਰ ਜਨ ਰਾਮ ਨਾਮ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਗਾਵੇ ਜੋ ਕਿਛ ਕਰੇ ਜੋ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੇ ਹਰ ਆਪੇ ਹੀ ਮਨ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤਤ ਵਿਸਾਰ ਵਿੱਚ ਤਾਤੂ ਪੰਜ ਆਪ ਪਾਵੇ ਜਨ ਨਾਨਕ ਸਤਿਗੁਰ ਮਿਲ ਆਪੇ ਹਰ ਆਪੇ ਚਗਰ ਚੁਕਾਵੇ ਹਰ ਆਪੇ ਪੰਜ ਤਤ ਵਿਸਾਰ ਵਿੱਚ ਤਾਤੂ ਪੰਜ ਆਪ ਪਾਵੇ ਜਨ ਨਾਨਕ ਸਤਿਗੁਰ ਮਿਲ ਆਪੇ ਹਰ ਆਪੇ ਚਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਮੂਹ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਾਸ ਵੱਲੋਂ ਜੀ ਆਇਆਂ ਵੀ ਆਖਦੇ ਹਾਂ ਤੇ ਨਾਲ ਹੀ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਸਭੇ ਕੋ ਜੁੜੀਏ ਗੁਰੂ ਨਾਨਕ ਸਤਿਗੁਰ ਸੁਖਾ ਧੰਨ ਵਾਹਿਗੁਰੂ ਸਹਿਬੀ ਬੈਰਾੜੀ ਮਹਿਲਾ ਚੌਥਾ ਹਰ ਜਨ ਰਾਮ। ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹਾਂ। ਇਸੇ ਤਰੀਕੇ ਨਾਲ ਸਾਡੇ ਨਾਲ ਅੱਗੇ ਤੋਂ ਵੀ ਸਹਿਯੋਗ ਦਿੰਦੇ ਰਹਿਣ ਜੀ।
ਇਸ ਤੋਂ ਬਾਅਦ ਜਿਹੜਾ ਅਗਲਾ ਸਨਮਾਨ ਚਿੰਨ੍ਹ ਹੈ ਜੀ ਸ੍ਰੀ ਨਰੇਸ਼ ਸ਼ਰਮਾ ਜੋ ਪੱਤਰਕਾਰ ਦੀ ਸੇਵਾ ਨਿਭਾਉਂਦੇ ਹਨ। ਗ੍ਰੀਨ ਸਿਟੀ ਕਲੋਨੀ ਦੇ ਜਿਹੜੇ ਸੀਐਮਡੀ ਕਿਉਂਕਿ ਰੋਜ਼ਾਨਾ ਆਪਣੀ ਡਿਊਟੀ ਸਮਝਦੇ ਹੋਇਆ ਰੋਜ਼ਾਨਾ ਪਹਿਲਾ ਜਿਹੜਾ ਸਨਮਾਨਿਤ ਹੈ ਬਾਪੂ ਜਰਨੈਲ ਸਿੰਘ ਜੀ ਜੋ ਰੋਜ਼ਾਨਾ ਬਾਅਦ ਹੁਕਮਨਾਮੇ ਲਿਖਣ ਦੀ ਸੇਵਾ ਨਿਭਾਉਂਦੇ ਹਨ ਤੇ ਇਹਨਾਂ ਨੂੰ ਬੇਨਤੀ ਹੈ ਕਿ ਅੱਗੇ ਅੱਜ ਆਪਣਾ ਸਨਮਾਨ ਚੱਲਣ ਦੀ ਕਿਰਪਾ ਕੀਤਾ ਜਾਂਦਾ ਹੈ। ਪਰ ਇਹਨਾਂ ਨੇ ਕੁਝ ਸ਼ਬਦ ਨਵੇਂ ਲੈ ਕੇ ਆਉਣ ਦਾ ਯਤਨ ਕੀਤਾ, ਇਸ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਲਾਈਵ ਵੀ ਕਰਦੇ ਹਨ ਤੇ ਅਖਬਾਰ ਵਿੱਚ ਵੀ ਦਿੰਦੇ ਹਨ ਤੇ ਇਹਨਾਂ ਦਾ ਜਿਹੜਾ ਚੈਨਲ ਹੈ ਉਸ ਦੇ ਉੱਤੇ ਵੀ ਚਲਾਉਂਦੇ ਹਨ ਤੇ ਇਹਨਾਂ ਨੂੰ ਇਸ ਸਨਮਾਨ ਲੈ ਲੈਣ ਜਿਹੜਾ ਖੰਡੇ ਬਾਟੇ ਦਾ ਜਿਹੜਾ ਸੰਚਾਰ ਹੁੰਦਾ ਹੈ ਤੇ ਇਸ ਤਰੀਕ ਨੂੰ ਜਿਹੜੀ ਕਿ 13 ਤਰੀਕ ਦਾ ਐਤਵਾਰ ਆ ਰਿਹਾ ਹੈ ਤੇ ਅੱਜ ਐਤਵਾਰ ਇਸ ਤੋਂ ਜਿਹੜਾ ਅੱਗੇ 13 ਤਰੀਕ ਦਾ ਆ ਰਿਹਾ ਹੈ। ਉਸ ਤੋਂ ਬਾਅਦ 14 ਤਰੀਕ ਦੀ ਨਾਲ ਹੀ ਮੱਸਿਆ ਹੈ ਤੇ ਉਹਨਾਂ ਦੇ ਜਿਹੜੇ ਉੱਥੇ ਹੈੱਡ ਗ੍ਰੰਥੀ ਸਾਹਿਬ ਜਿਨ੍ਹਾਂ ਨਾਲ ਗੱਲ ਹੋਈ ਸੀ ਕਹਿੰਦੇ ਅਸੀਂ ਵਿਚਾਰ ਕਰਦੇ ਹਾਂ ਪ੍ਰਾਣੀਆਂ ਦੇ ਹਿਸਾਬ ਦੇ ਨਾਲ 1-2 ਦਿਨਾਂ ਤੱਕ ਦੱਸ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਕਈ ਪਰਿਵਾਰਾਂ ਨੇ ਕਿ ਜਿਹੜੇ ਖੰਡੇ ਬਾਟੇ ਕੀ ਪੋਲ ਸ਼ਕਲ ਦੇ ਦੀ ਪ੍ਰਾਣੀ ਤਿਆਰ ਹਨ ਤੇ ਅਸੀਂ ਖੁਦ ਗੱਡੀਆਂ ਲੈ ਕੇ ਇੱਥੋਂ ਜਿਹੜੀਆਂ ਦਮਦਮਾ ਸਾਹਿਬ ਨੂੰ ਸੰਗਤੀ ਰੂਪ ਦੇ ਵਿੱਚ ਜਾਵਾਂਗੇ ਜੀ ਤੇ ਉਹਨਾਂ ਦਾ ਵੀ ਧੰਨਵਾਦ ਹੈ ਜੀ। ਇਸੇ ਕਰਕੇ ਵੱਧ ਤੋਂ ਵੱਧ ਮਨ ਬਣਾ ਕੇ ਗੁਰੂ ਵਾਲੇ ਬਣਿਓ। ਇੱਕ ਜ਼ਰੂਰੀ ਅੱਗੇ ਜਿਹੜੀ ਬੇਨਤੀ ਹੋ ਰਹੀ ਹੈ, ਕਈ ਵਾਰ ਅਸੀਂ ਕਿਸੇ ਨੂੰ ਧੱਕੇ ਨਾਲ ਮਜਬੂਰ ਨਹੀਂ ਕਰਨੀ। ਜਿੰਨੇ ਖੰਡੇ ਬਾਟੇ ਕੇ ਪੋਲ ਸ਼ਕਲ ਉਸ ਤੋਂ ਪਹਿਲਾਂ ਆਪਣਾ ਘੱਟੋ ਘੱਟ 2 ਮਹੀਨੇ ਦਾ ਨੇਮ ਬਣਾਉਣਾ ਸ਼ੁਰੂ ਕਰ ਦਿਓ ਕਿਉਂਕਿ ਖੰਡੇ ਬਾਟੇ ਦੇ ਪੋਲ ਕਿਸੇ ਦੇ ਕਹਿਣ ਦੇ ਉੱਤੇ ਸ਼ੱਕੀ ਫਿਰ ਛੱਡ ਦਿੱਤੀ ਚੰਗੀ ਗੱਲ। 2 ਮਹੀਨੇ ਦਾ ਨੇਮ ਬਣ ਜੇ ਉਸ ਤੋਂ ਬਾਅਦ ਗੁਰੂ ਦੇ ਵਿੱਚ ਅਰਦਾਸ ਕਰੋ ਤੇ ਜਿਹੜੇ ਕਕਾਰ ਨੇ ਜਾਂ ਪੈਣ ਦੇ ਜਾਂ ਬਾਹਰ ਖੰਡੇ ਬਾਟੇ ਕੇ ਪੋਲ ਸ਼ਕਲ ਇਸ ਗੱਲ ਤੇ ਜ਼ਰੂਰ ਪਹਿਰਾ ਦੇਣਾ। ਜਿਹੜੀ ਪਹਿਲੀ ਬੇਨਤੀ ਇਹ ਹੈ ਜੀ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਮੁੱਖ ਰੱਖਦਿਆਂ ਹੋਇਆ 18 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜੀ ਤੇ 19 ਤਰੀਕ ਨੂੰ ਮੱਧ ਵੀ ਹੈ ਤੇ ਉਸ ਦਿਨ ਜਿਹੜਾ ਹੈ ਗੁਰਦੁਆਰੇ ਵੱਲੋਂ ਕਮੇਟੀ ਵੱਲੋਂ ਜਾਂ ਸਮੂਹ ਸੰਗਤ ਦੇ ਵੱਲੋਂ ਜਿਹੜਾ ਨਗਰ ਕੀਰਤਨ ਵੀ ਸਜਾਇਆ ਜਾਂਦਾ ਤੇ ਨਗਰ ਕੀਰਤਨ ਦਾ ਸਮਾਂ ਹੈ ਜੀ ਸਵੇਰੇ ਚੱਲਣ ਦਾ ਸਵੇਰੇ 6 ਵਜੇ ਤੱਕ ਕਿਉਂਕਿ ਆਪਾਂ ਅੱਗੇ ਹਰ ਇੱਕ ਸਮੇਂ ਤੇ ਤੱਤਪਰ ਰਹੇ ਹਾਂ ਬੜੇ ਸੋਹਣੇ ਤਰੀਕੇ ਨਾਲ ਲੱਗਦਾ ਰਿਹਾ ਹੈ। ਇਸੇ ਤਰੀਕੇ ਨਾਲ ਉਦੋਂ ਵੀ ਆਪਾਂ ਜਿਹੜੇ ਸਮੇਂ ਸਿਰ ਜਿਹੜਾ ਨਿਭਾਉਣ ਦਾ ਯਤਨ ਕਰਨਾ ਹੈ। ਉਸ ਤੋਂ ਬਾਅਦ ਜਿਹੜੇ 20 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਗੁਰੂ ਦਾ ਲੰਗਰ ਜਿਹੜਾ ਟੁੱਟ ਵਰਤੇਗਾ ਤੇ ਤਿੰਨੇ ਦਿਨ ਲੰਗਰ ਦੀ ਵੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਇਸ ਮਰਿਆਦਾ ਦਾ ਪਤਾ ਨਹੀਂ ਕਿਉਂਕਿ ਇਹ ਮਰਿਆਦਾ ਹੁੰਦੀ ਹੈ ਵੀ ਦੇਸੀ ਘਿਓ ਆਟਾ ਤੇ ਖਾਣਾ ਇਹ ਬਰਾਬਰ ਹੀ ਕੌਲੀਆਂ ਤੇ ਬਣਾਈ ਜਾਂਦੀ ਹੈ ਤੇ ਕਈ ਵਾਰ ਜਿਵੇਂ ਕਹਿੰਦੀ ਵੀ ਬਣਿਆ ਹੈ ਕਿ ਗੁਰਦੁਆਰੇ ਉਹ ਗੱਲ ਮੇਰੇ ਤੇ ਅੱਗੇ ਤੇ ਬਾਬਾ ਜੀ ਨੂੰ ਪਤਾ ਹੀ ਨਹੀਂ ਸੀ ਜੀ ਉਸ ਦਿਨ ਸਲਾਹ ਲੈਣਾ ਕਰੋ ਉਸੇ ਆਪਾਂ ਦੇਖ ਲਓ ਉਸੇ ਪਰਿਵਾਰ ਨੂੰ 2 ਜਾਂ 3 ਦਿਨ ਲਗਾਤਾਰ ਚਲਾ ਦਿੱਤੀ ਜਾਵੇ ਕਿਉਂਕਿ ਸੰਗਤ ਆਪਣੀ ਸੀਮਤ ਹੁੰਦੀ ਹੈ ਤੇ ਇੱਕ ਜਿਹੜੀ ਕੜਾਹ ਪ੍ਰਸ਼ਾਦ ਦੇ ਵਿੱਚ ਜਿਵੇਂ ਹਿੰਦੂ ਵੀਰ ਨੇ ਹਲਵਾ ਤਿਆਰ ਕਰਕੇ ਲਿਆਉਂਦੇ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰਵਾਨ ਨੂੰ ਲੰਗਰ ਵਿੱਚ ਛਕ ਸਕਦਾ। ਠੀਕ ਹੈ ਜੀ। ਜਿਸ ਵੀ ਪਰਿਵਾਰ ਨੇ ਕੜਾਹ ਪ੍ਰਸ਼ਾਦ ਜਾਂ ਗੁਰਦੁਆਰਾ ਸਾਹਿਬ ਹੋਣੀ ਜਾਂ ਘਰੋਂ ਬਣਾ ਕੇ ਲਿਆਉਣੀ ਹੈ ਜ਼ਰੂਰ ਗ੍ਰੰਥੀ ਸਿੰਘ ਦੀ ਸਲਾਹ ਲਈ ਜਾਵੇ ਜਾਂ ਵਿੱਚ ਕਈ ਮੈਂਬਰ ਜਿਹੜੇ ਸੂਝਵਾਨ ਨੇ ਜਿਵੇਂ ਭਾਈ ਦਰਸ਼ਨ ਸਿੰਘ ਸੁਖਪਾਲ ਸਿੰਘ ਜਾਂ ਇਹ ਵਧੇ ਹੋ ਗਏ ਉਹ ਗੱਲ ਮੇਰੇ ਤੇ ਅੱਗੇ ਤੇ ਬਾਬਾ ਜੀ ਨੂੰ ਪਤਾ ਹੀ ਨਹੀਂ ਸੀ ਉਸ ਦਿਨ ਸਲਾਹ ਲੈਣਾ ਕਰੋ ਉਸੇ ਆਪਾਂ ਦੇਖ ਲਓ ਉਸੇ ਪਰਿਵਾਰ ਨੂੰ 2 ਜਾਂ 3 ਦਿਨ ਲਗਾਤਾਰ ਚਲਾ ਦਿੱਤੀ ਜਾਵੇ ਕਿਉਂਕਿ ਸੰਗਤ ਆਪਣੀ ਸੀਮਤ ਹੁੰਦੀ ਹੈ ਤੇ ਇੱਕ ਜਿਹੜੀ ਕੜਾਹ ਪ੍ਰਸ਼ਾਦ ਦੇ ਵਿੱਚ ਜਿਵੇਂ ਹਿੰਦੂ ਵੀਰ ਨੇ ਹਲਵਾ ਤਿਆਰ ਕਰਕੇ ਲਿਆਉਂਦੇ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰਵਾਨ ਨੂੰ ਲੰਗਰ ਵਿੱਚ ਛਕ ਸਕਦਾ। ਠੀਕ ਹੈ ਜੀ। ਜਿਸ ਵੀ ਪਰਿਵਾਰ ਨੇ ਕੜਾਹ ਪ੍ਰਸ਼ਾਦ ਜਾਂ ਗੁਰਦੁਆਰਾ ਸਾਹਿਬ ਹੋਣੀ ਜਾਂ ਘਰੋਂ ਬਣਾ ਕੇ ਲਿਆਉਣੀ ਹੈ ਜ਼ਰੂਰ ਗ੍ਰੰਥੀ ਸਿੰਘ ਦੀ ਸਲਾਹ ਲਈ ਜਾਵੇ ਜਾਂ ਵਿੱਚ ਕਈ ਮੈਂਬਰ ਜਿਹੜੇ ਸੂਝਵਾਨ ਨੇ ਜਿਵੇਂ ਭਾਈ ਦਰਸ਼ਨ ਸਿੰਘ ਸੁਖਪਾਲ ਸਿੰਘ ਜਾਂ ਇਹ ਵਧੇ ਹੋ ਗਏ। ਸਤਿਨਾਮ ਵਾਹਿਗੁਰੂ 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 ਸਤਿਨਾਮ
पाठ बुक कर दिता जाएगा। पहला ग्रंथी सिंह निभावेगा ड्यूटी, जे ग्रंथी सिंह को नहीं निभदी सुखमनी साहब जी सहज पाठ ਦੇ ਅਖੰਡ ਪਾਠ ਸਾਹਿਬ ਜੀ। ਉਸ ਤੋਂ ਬਾਅਦ ਜਿਹੜੀਆਂ ਬੀਬੀਆਂ ਨੇ ਸੁਖਮਨੀ ਸਾਹਿਬ ਦੀ ਸੇਵਾ ਵਾਲੀਆਂ ਉਹ ਨਿਭਾਉਣਗੀਆਂ, ਤੇ ਜੇ ਉਹਨਾਂ ਕੋਲ ਨਹੀਂ ਨਿਭਦੀ ਫਿਰ ਉਸ ਤੋਂ ਬਾਅਦ ਬਾਹਰੋਂ ਪਾਠੀ ਸੱਦੇ ਜਾਣਗੇ। ਠੀਕ ਹੈ ਜੀ। ਤੇ ਇਹ ਜਿਹੜੇ ਇਸ ਗੱਲ ਦਾ ਜ਼ਰੂਰ ਧਿਆਨ ਦੇਣਾ ਜੀ ਵੀ ਜਿਹੜੇ ਨੋਟ ਨੇ ਗ੍ਰੰਥੀ ਸਿੰਘ ਨੂੰ ਕਰਾਇਆ ਜਾਵੇ, ਸਮਾਂ ਸਾਰਾ ਕੁਝ ਗ੍ਰੰਥੀ ਸਿੰਘ ਹੀ ਦੱਸੇਗੇ। ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਉਹਨਾਂ ਨੇ ਵਿਚਾਰ ਕਰਕੇ ਕੱਲ ਇਸ ਤੇ ਪਹੁੰਚੇ। ਠੀਕ ਹੈ ਜੀ। ਇਹ ਸੀਗੇ ਇਹਨਾਂ ਨੂੰ ਬੇਨਤੀਆਂ, ਜਿਨ੍ਹਾਂ ਵਿੱਚੋਂ ਬੋਲਦੇ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਦੇਖੀ ਮੈਂ ਜਾਂਚ ਚੁੱਕਾ। ਉਹ ਬੜਾ ਪ੍ਰਸ਼ਾਦ ਦੀ ਵਰਤਨੀ ਹੈ। ਸਮੂਹ ਸੰਗਤਾਂ ਨੇ ਬੜੇ ਪਿਆਰ ਨਾਲ ਛਕੇ, ਉਸ ਤੋਂ ਬਾਅਦ ਲੰਗਰ ਤਿਆਰ ਹੈ, ਛਕੇ ਜਾਣ ਦੀ ਕਿਰਪਾਲਤਾ ਕਰਨੀ ਹੈ ਜੀ। ਆਓ ਉਹਨਾਂ ਚਿਰ ਨਾਲ ਨਾਲ ਸਿਮਰਨ ਕਰਾਈ ਜੀ। ਜਪੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਦੀ ਸੇਵਾ ਵੀ ਹੋਈ ਹੈ। ਇੱਕ ਪਰਿਵਾਰ ਕਈ ਪਰਿਵਾਰਾਂ ਵੱਲੋਂ 11,000 ਰੁਪਏ ਦੀ ਸ਼ਾਇਦ ਸੇਵਾ ਹੋਈ ਹੈ ਲੰਗਰ ਵਾਸਤੇ। ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜੀ। ਇੱਕ ਜ਼ਰੂਰੀ ਹੋਰ ਬੇਨਤੀ ਹੈ ਜਿਹੜੀ ਕਿ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਜਾਂ ਸੁਖਮਨੀ ਸਾਹਿਬ ਜਾਂ ਸਹਿਜ ਪਾਠ ਆਰੰਭ ਹੁੰਦੇ ਨੇ, ਇਸ ਦੇ ਲਈ ਜਿਹੜੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਉਹ ਜਿਹੜੇ ਨੋਟ ਨੇ ਜਾਂ ਆਨੰਦ ਕਾਰਜ ਗ੍ਰੰਥੀ ਸਿੰਘ ਨੂੰ ਨੋਟ ਕਰਾਏ ਜਾਣ, ਤੇ ਸਮਾਂ ਵੀ ਜਿਹੜਾ ਹੈ ਗ੍ਰੰਥੀ ਸਿੰਘ ਦੇ ਨਾਲ ਸੈਟਿੰਗ ਕੀਤੀ ਜਾਵੇਗੀ। ਕੋਈ ਵੀ ਜਿਵੇਂ ਹੋਰ ਕੋਈ ਮੈਂਬਰ ਜਾਂ ਕੋਈ ਵੀ ਵਿੱਚ ਆਉਂਦਾ ਹੈ, ਕਿਉਂਕਿ ਜਿਵੇਂ ਕੱਲ ਸੀ ਲੜੀਵਾਰ 4-5 ਪ੍ਰੋਗਰਾਮ ਸੀ ਇਕੱਠੇ, ਤੇ ਉਸ ਸਮੇਂ ਦੇ ਸਾਰੇ ਪਰਿਵਾਰਾਂ ਨਾਲ ਸੈਟਿੰਗ ਹੋਈ ਸੀ, ਬੜੇ ਸੋਹਣੇ ਤਰੀਕੇ ਨਾਲ ਨਿਭਗੇ। ਜੇ ਉਸ ਦੇ ਵਿੱਚ ਇੱਕ ਪਰਿਵਾਰ ਵੱਲੋਂ ਅੱਧਾ ਘੰਟੇ ਦਾ ਵੀ ਫਰਕ ਪੈ ਜਾਂਦਾ, ਸ਼ਾਇਦ ਸਾਰੇ ਪ੍ਰੋਗਰਾਮ ਜਿਹੜੇ ਅਗਲੇ ਦਿਨ ਦਾ ਹਿਲਚਲ ਹੋ ਜਾਂਦੀ ਹੈ। ਫਿਰ ਅਗਲੇ ਸਮਾਂ ਦਿੱਤਾ ਹੁੰਦਾ ਜਥੇ ਨੇ ਵੀ ਹੋਣਾ ਹੁੰਦਾ, ਸਾਰੀ ਸੈਟਿੰਗ ਉਹਦਾ ਵੀ ਸਨਮਾਨ ਹੋਣਾ ਹੀ ਹੈ। ਲੇਕਿਨ ਜਿਸੇ ਨੇ ਭਾਵੇਂ 1.5 ਜਾਂ ਲੱਖ ਰੁਪਏ ਵੀ ਦਿੱਤਾ ਬਰਾਬਰ ਹੈ। ਪਰ ਇਸ ਦੇ ਵਿੱਚ ਕੁਝ ਪਰਿਵਾਰਾਂ ਨੇ ਬੜੀ ਵੱਧ ਚੜ੍ਹ ਕੇ ਸੇਵਾ ਕੀਤੀ ਹੈ। ਜਿਵੇਂ ਇੱਕ ਪਰਿਵਾਰ ਨੇ 1.5
ਚਮਚਾ ਵਾਹਿਗੁਰੂ ਜੀ ਚਮਚਾ सब्जी वाहिगुरु जी तेरे को क्या तेरे को पता ही नहीं यार मैं दूसरे को खीर वाहिगुरु जी ਇੱਧਰ ਆ ਜਾਓ ਲੈਣਾ ਖਾਲੀ ਹੈ ਇੱਧਰ ਆ ਜਾਓ ਜਿਹੜੇ ਨਵੇਂ ਬੈਠੇ ਨੇ ਇੱਧਰ ਆ ਜਾਓ प्रसाद जी वाहिगुरु खीर जी खीर दाल जी सादा वाहिगुरु जी सादा वाहिगुरु जी सब्जी वाहिगुरु जी सादा वाहिगुरु कोई नहीं खाओ
बेटा अंदर पाके आओ। उधर पानी भर के लिया भर के लिया सब्जी वाहिगुरु सब्जी सलाद वाहिगुरू सलाद। वाहिगुरू वाहिगुरू बोलो 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 बोलो। वाहिगुरु 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 चल तू वो बना दे पानी के बच्चे भाई चलो वाहिगुरू कहो सारे वाहिगुरू कहो। प्रसाद वाहिगुरु प्रसाद वाहिगुरु प्रसाद वाहिगुरु प्रसाद वाहिगुरु प्रसाद वाहिगुरु उधर पार्किंग छोटा बेटा भी डाल दिया इधर इधर एक और है आवाज ਉਹੀ ਚੱਕੂਗਾ ਜਿਹੜਾ ਕੋਈ ਬੰਦਾ ਬੋਲਦਾ ਹੋਊਗਾ। ਇਹ ਨਾ ਮੰਨ ਲਓ ਬੰਦਾ ਮੈਂ ਫੋਕਸ ਕਰ ਲਿਆ ਹੈਨਾ ਉਹਦੀ ਆਵਾਜ਼ ਆਊਗੀ।
ਜਿਹੜਾ ਇਹ ਕਰਨਗੇ ਹਾਂ ਪਿੱਛੇ ਨੂੰ ਚੇਨ ਟੁੱਟੀ ਨਹੀਂ ਰਹੀ ਨਾ ਪੈਸੇ ਦੀ ਨਾ ਪ੍ਰਸਾਦਿਆਂ ਦੀ ਨਾ ਹੋਰ ਵੱਧ ਰਹੀ ਆ ਹਾਂ ਵਧੀਆ ਸਗੋਂ ਉਹਨਾਂ ਨੂੰ ਹੁਣ ਇਹਨਾਂ ਉੱਤੇ ਹਮਲਾ ਕਰਨਾ ਨਾ ਔਖਾ ਹੋਇਆ ਪਿਆ ਕਿਉਂਕਿ ਵਰਲਡ ਲੈਵਲ ਤੇ ਬਾਕੀ ਗੱਲ ਹੈ ਹੁਣ ਹਮਲਾ ਵੀ ਨਹੀਂ ਕਰ ਸਕਦੇ ਪੰਜਾਬ ਵੀ ਨਹੀਂ ਸਕਦੀ ਨਹੀਂ ਹੁਣ ਉਹ ਟਾਈਮ ਗਿਆ ਅੱਛਾ ਉਹ ਰੌਲਾ ਹੀ ਨਹੀਂ ਪਾਉਂਦੇ ਉਹਦਾ ਫੇਵਰ ਸਾਦਾ ਵਾਹਿਗੁਰੂ ਜੀ ਜਦੋਂ ਆਪਾਂ ਕਿਸੇ ਡਰ ਤੋਂ ਹੋਈਏ ਮੰਨ ਲਓ ਜਦੋਂ ਕਿਸੇ ਡਰ ਦੇ ਵਿੱਚ ਹੋਈਏ ਯਾਰਾ ਜੀ ਠੀਕ ਹੋ ਬਸ 1 ਮਿੰਟ ਬੇਟਾ